ਗਿਆਨ ਹੈ ਨਾ ਜਿਹੜਾ ਗਿਆਨ, ਇਹ ਕਿਤਾਬਾਂ 'ਚ ਨਹੀਂ ਹੁੰਦਾ। ਗਿਆਨ ਹੈ ਜਿਹੜਾ, ਇਹ ਤੁਹਾਡੀ ਪਿਆਸ ਵਿੱਚ ਹੁੰਦਾ ਹੈ, ਤੁਹਾਡੀ ਤੜਪ 'ਚ ਹੁੰਦਾ ਹੈ, ਤੁਹਾਡੀ ਤੀਬਰ ਇੱਛਾ ਵਿੱਚ ਹੁੰਦਾ ਹੈ, ਤੁਹਾਡੇ ਪਿਆਸ ਵਿੱਚ ਹੁੰਦਾ ਹੈ। ਜੇ ਤੁਸੀਂ ਨਾ ਪਿਆਸ ਹੋਵੇ ਅੰਦਰ, ਫਿਰ ਕਿਤਾਬਾਂ ਤੋਂ ਬਿਨਾਂ ਹੀ ਸਮਝ ਆਈ ਜਾਂਦਾ ਇਹ ਸੱਚ ਹੈ। ਉਹ ਗੱਲਾਂ ਵੀ ਸਮਝ ਆਉਂਦੀਆਂ ਜਿਹੜੇ ਕਿਤੇ ਨਹੀਂ ਲਿਖੀਆਂ, ਆਪਣੇ ਆਪ ਆਉਂਦੀਆਂ। ਗਿਆਨ ਤੁਹਾਡੀ ਪਿਆਸ 'ਚ ਹੈ, ਤੁਹਾਡੀ ਤੜਪ 'ਚ ਹੈ। ਹੁਣ ਇਹਦਾ ਅਰਥ ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਕਿਤਾਬਾਂ ਨਾ ਪੜ੍ਹੋ, ਮਤਲਬ ਉਲਟ ਨਾ ਲੈ ਜਾਓ। ਮਤਲਬ ਇਹ ਕਹਿ ਰਿਹਾ ਮੈਂ ਵੀ ਅੰਦਰ ਇੱਕ ਤੜਪ ਹੋਵੇ। ਜੇ ਤਾਂ ਤੁਸੀਂ ਤੜਪ ਹੈ ਨਹੀਂ, ਕਿਤਾਬ ਪੜ੍ਹ ਰਹੇ ਹੋ, ਰੱਟਾ ਲੱਗ ਜੂ, ਰਿਪੀਟ ਕਰੀ ਜਾਓਗੇ। ਉਹ ਤੇ ਤੁਸੀਂ ਨਾ ਬੰਦੇ ਨੂੰ ਸੁਣਾ ਦਿਓ, ਬੰਦੇ ਨੂੰ ਰੱਟਾ ਲਵਾ ਦਿਓ। ਕਿਸੇ ਨਿਆਣੇ ਨੂੰ ਤੁਸੀਂ 16 ਸਾਲ ਰੱਟਾ ਲਵਾਇਆ ਤੇ ਰੱਟਾ ਲਾ ਕੇ ਉਹਦੇ ਪੇਪਰ ਲੈ ਲਓ, ਹਾਂ ਬੇਟਾ ਸੁਣਾ, ਉਹਨੇ ਪੜ੍ਹ ਕੇ ਸੁਣਾਤਾ, ਲਿਖ ਕੇ ਸੁਣਾਤਾ। ਇਹ ਕੀ ਹੈ? ਇਹ ਤੇ ਤੁਸੀਂ ਆ ਫੋਨ ਹੈ ਮੇਰੇ ਹੱਥ 'ਚ, ਇਹਦੇ ਵਿੱਚ ਇਹਨੂੰ ਸੁਣਾਈ ਚੱਲੋ, ਰਿਕਾਰਡ ਕਰੀ ਚੱਲੋ, ਕਰੀ ਚੱਲੋ, ਕਰੀ ਚੱਲੋ, ਜਦੋਂ ਜੀ ਕਰੇ ਇਹਦੇ ਤੋਂ ਸੁਣ ਲਿਓ। ਉਹੀ ਤੁਹਾਡਾ ਰਿਕਾਰਡ ਕੀਤਾ ਵਾਪਸ ਸੁਣਾਈ ਜਾਂਦਾ। ਇਹ ਕੀ ਮਹਾਨਤਾ ਹੈ? ਸਾਲ ਬੱਚੇ ਨੂੰ ਪੜ੍ਹਾ ਕੇ ਮੁੜ ਕੇ ਬੱਚੇ ਤੋਂ ਲਿਖਾ ਲਓ, ਹਾਂ ਕਾਕਾ ਪੜ੍ਹ ਕੇ ਸੁਣਾ, ਉਹਨੇ ਤੁਹਾਨੂੰ ਵਾਪਸ ਸੁਣਾਤਾ। ਇਹ ਕੀ ਹੈ? ਇਹ ਤੇ ਰੱਟਾ ਹੈ। ਇਹ ਤੇ ਤੁਸੀਂ ਦਿੱਤਾ ਸੀ, ਤੁਹਾਨੂੰ ਉਹਨੇ ਵਾਪਸ ਦੇ ਦਿੱਤਾ, ਉਹਦਾ ਆਪਣਾ ਕਿੱਥੇ ਹੈ? ਇਹਨੂੰ ਕਾਮਨ ਸੈਂਸ ਕਹਿੰਦੇ ਨੇ, ਜਿਹਨੂੰ ਕਹਿੰਦੇ ਨੇ ਪਿਓ ਦਾਦੇ ਕਾ ਖੋਲ ਰਿਠਾ ਖਜ਼ਾਨਾ। ਉਹ ਕਹਿੰਦੇ ਨੇ ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾਕਾ ਕਛੂ ਨ ਮੋਲ, ਭਰੇ ਪਟਾਰ ਅਖੂਟ ਅਤੋਲ, ਖਾਵੇਂ ਖਰਚੇ ਰਲ ਮਿਲ ਪਾਈ, ਟੁੱਟ ਨਾ ਆਵੇ ਵੱਧ ਹੋ ਜਾਈ। ਨਿਬੜਦਾ ਥੋੜਾ ਉਹ। ਹੁਣ ਜਿੰਨਾ ਕੁ ਰਿਕਾਰਡ ਕੀਤਾ ਸੀ ਉਹਨਾਂ ਕਾ ਫੋਨ ਵਿੱਚ, ਪਰ ਕਹਿੰਦੇ ਉਹ ਖੂਹ ਹੈ ਜਿਹੜਾ, ਉਹਦੇ ਤੋਂ ਜਿੰਨਾ ਮਰਜ਼ੀ ਕੱਢੀ ਜਾਓ ਫਿਰ ਉਨਾ ਹੀ ਆਈ ਜਾਂਦਾ। ਹੁਣ ਜੇ ਵੀਰੋ ਭਰਾਵੋ ਭੈਣੋ, ਇੱਕ ਹੈ ਰੱਟਾ ਲਵਾਈ ਜਾਓ ਨਿਆਣਿਆਂ ਨੂੰ, ਪੜ੍ਹਾਤਾ, ਇੱਕ ਹੁੰਦਾ ਪਿਆਸ, ਤੜਫ। ਤੇ ਗਿਆਨ ਹੈ ਜਿਹੜਾ ਤੁਹਾਡੀ ਤੜਫ 'ਚ ਹੈ। ਫਿਰ ਤੁਸੀਂ ਕਿਤਾਬ ਲੱਭਣੀ ਹੈ, ਉਹਨੂੰ ਵੇਖਣਾ, ਮੈਂ ਪੜ੍ਹ ਕੇ ਵੇਖਾਂ। ਜੇ ਤੁਹਾਨੂੰ ਕੋਈ ਬੰਦਾ ਮਿਲ ਗਿਆ, ਤੁਸੀਂ ਕਹਿਣਾ ਮੇਰੇ ਅੰਦਰ ਸਵਾਲ ਨੇ, ਇਹਨੂੰ ਪੁੱਛ ਕੇ ਵੇਖਾਂ। ਆ ਮੇਰੇ ਅੰਦਰ ਇੱਕ ਵਿਸ਼ਾ ਹੈ ਯਾਰ, ਇਹਦੇ ਬਾਰੇ ਗੱਲ ਕਰਾਂ ਭਲਾ, ਇਹਦੇ ਨਾਲ ਕੀ ਬੋਲਣਾ, ਇਹਦੇ ਬਾਰੇ ਇਹਦਾ ਪੁਆਇੰਟ ਆਫ ਵਿਊ ਕੀ ਹੈ, ਮੇਰਾ ਨਜ਼ਰੀਆ ਇਹ ਹੈ, ਇਹਦਾ ਨਜ਼ਰੀਆ ਕੀ, ਮੇਰਾ ਆਈਡੀਆ ਇਹ ਹੈ, ਇਹਦਾ ਆਈਡੀਆ ਕੀ ਹੈ। ਤੁਸੀਂ ਇੱਛਾ ਰੱਖਦੇ ਆ, ਇੱਛਾ ਦਾ ਮਤਲਬ ਹੈ ਤੁਹਾਡਾ ਰੋਮ ਰੋਮ ਇੱਛਾ ਰੱਖੇ। ਇੱਛਾ ਕੀ ਹੈ? ਡਿਮਾਂਡ ਕੀ ਹੈ? ਹੁਣ ਡਿਮਾਂਡ ਸਾਡੀ ਜਿੰਨੇ ਬੈਠੇ ਆਪਾਂ, ਭੈਣਾਂ ਵੀ ਵੀਰ ਵੀ, ਸਾਡੇ ਮੇਰੇ ਜਥੇ ਵਾਲੇ, ਇੱਛਾ ਸਾਡੀ ਕੀ ਹੈ ਭਲਾ? ਸਫ਼ਰ ਕਰਨਾ 3 ਘੰਟੇ, ਤੇ ਨੋਟ ਕਰ ਲਿਓ ਵੀ ਕੀ ਰਿਕਾਰਡ ਕਰਕੇ ਚੱਲੇ ਆ, ਵੀ ਕੀ ਸੁਣੇਗਾ ਰਾਹ 'ਚ। 3 ਘੰਟੇ ਕੀ ਸੁਣੇਗਾ, ਰਿਕਾਰਡ ਕੀ ਕੀਤਾ? ਔਰ ਟਿਕਟੋਕ ਚੱਲੀ ਗਈ, ਸ਼ੁਕਰ ਹੈ, ਨਹੀਂ ਤਾਂ ਟਿਕਟੋਕ ਹੀ ਰਿਕਾਰਡ ਕਰ ਲੈਣੀ, ਨਵੀਆਂ ਵੇਖੀ ਚੱਲਾਂਗੇ। ਆਹ ਦੇਖ ਲਈ, ਆਹ ਦੇਖ ਲਈ, ਆਹ ਫਲਾਣਾ ਆ ਗਿਆ, ਫਲਾਣਾ ਆ ਮੁੱਖ ਮੰਤਰੀ ਦੀ ਆ ਗਈ, ਆਹ ਭਾਬੀ ਆ ਗਈ, ਆਹ ਦੂਜਾ ਆ ਗਿਆ, ਤੀਜਾ ਆ ਗਿਆ। ਸੱਚੀ ਏਦਾਂ ਨਹੀਂ। ਕਿਉਂ ਬਈ? ਇੰਟਰਸਟਡ ਕੀ ਹੈ ਯਾਰ, ਬੰਦਾ ਸ਼ੌਂਕ ਹੀ ਰੱਖਦਾ ਇੱਥੇ ਵੀ ਮੈਂ 3 ਘੰਟੇ ਸਫ਼ਰ ਕਰਨਾ, ਕੀ ਸੁਣੂ? ਇੱਥੋਂ ਹਿਸਾਬ ਲਾ ਲਓ ਵੀ ਬੰਦੇ ਦੀ ਪਿਆਸ ਕਿਹੜੀ ਚੀਜ਼ ਦੀ ਹੈ, ਇਹ ਕੀ ਚਾਹੁੰਦਾ ਹੈ, ਇਹਦੀ ਡਿਮਾਂਡ ਕੀ ਹੈ। ਤੇ ਵਿਦਿਆ ਹੈ ਨਾ ਜਿਹੜੀ, ਗਿਆਨ ਹੈ ਜਿਹੜਾ, ਇਹ ਤੁਹਾਡੀ ਤੜਪ 'ਚ ਹੈ। ਉਹ ਤੇ ਨਾ ਜਿਵੇਂ ਨਾ ਅੰਦਰ ਇੱਕ ਚਾਹ ਪੈਦਾ ਹੋ ਜਾਂਦੀ, ਗੱਲ ਚੱਲੇ ਸਹੀ, ਚਮਕ ਆ ਜਾਂਦੀ ਹੈ। ਮੈਂ ਨਾ ਪਰਸੋਂ ਕਲਕੱਤੇ ਆਪਾਂ ਗਏ, ਉੱਥੇ ਮੈਂ ਬੜਾ ਬੋਰ ਹੋ ਰਿਹਾ ਸੀ ਦਿਨੇ, ਕਿਉਂਕਿ ਮੈਂ ਇੱਕ ਤੇ ਅੰਦਰ ਕੈਦ ਜਿਹਾ ਸੀ। ਛੱਤ ਤੇ ਗਿਆ, ਫਿਰ ਥੱਲੇ ਆਇਆ, ਫਿਰ ਛੱਤ ਤੇ ਗਿਆ, ਫਿਰ ਥੱਲੇ ਆਇਆ, 2-3 ਵਾਰੀ ਗਿਆ। ਤੇ ਸ਼ਾਮ ਨੂੰ ਕੁਦਰਤੀ ਮੈਨੂੰ 2-3 ਫੈਮਲੀਆਂ ਮਿਲਣ ਆ ਗਈਆਂ। ਉਹਨਾਂ ਦੇ ਵਿੱਚ 5 ਸਰੋਤੇ, ਵਧੀਆ ਗੱਲ, ਮਤਲਬ ਅੰਡਰਸਟੈਂਡਿੰਗ ਬੜੀ ਕਮਾਲ ਦੀ। ਬੀਬੀ ਸੀ, 2 ਭੈਣਾਂ ਸੀ, 3-4 ਸਿੰਘ ਵੀ ਸੀ। ਉਹ ਬੀਬੀ ਨੇ ਨਾ, ਬਜ਼ੁਰਗ ਸੀ ਮਾਤਾ, ਖੁੰਡੀ ਹੱਥ 'ਚ ਫੜੀ, ਰਿਸ਼ਤੇਦਾਰ ਸੀ ਉਹਨਾਂ ਦੇ। ਉਹਨਾਂ ਨੇ ਮੇਰੇ ਤੋਂ ਸਵਾਲ ਪੁੱਛੇ ਤੇ ਮੈਂ 1.5 ਘੰਟਾ ਗੱਲ ਕਰਦਾ ਰਿਹਾ। ਉਹ ਸਾਰੇ ਦਿਨ ਵਿੱਚ ਉਹ 1.5 ਘੰਟਾ ਮੇਰਾ ਇੰਨਾ ਵਧੀਆ ਸੀ,
ਕਿਉਂਕਿ ਮੈਨੂੰ ਆਪ ਨੂੰ ਇੰਨਾ ਚੰਗਾ ਲੱਗਾ। ਉਹ ਗੱਲ ਕਰੀ ਗਏ, ਮੈਂ ਗੱਲ ਕਰੀ ਗਿਆ, ਉਹਨਾਂ ਦੀ ਮੈਂ ਸੁਣੀ ਗਿਆ। 1.5 ਘੰਟਾ ਐ ਲੱਗਿਆ ਵੀ ਜਿਵੇਂ ਨਾ ਮੇਰਾ ਕੋਈ ਬੋਝ ਹੀ ਲੈ ਗਿਆ ਹੁੰਦਾ ਸਿਰ ਦਾ, ਰਿਲੈਕਸ ਹੋ ਗਿਆ, ਚਾਹ ਚੜ ਗਿਆ ਵੀ ਇਹ ਅੰਡਰਸਟੈਂਡਿੰਗ ਕਿੰਨੀ ਕਮਾਲ ਦੀ ਹੈ, ਸਮਝ ਕਿੰਨੀ ਕਮਾਲ ਦੀ ਹੈ। ਮੈਂ ਇਸ਼ਾਰਾ ਕਰਦਾ, ਫੱਟ ਸਮਝ ਜਾਣਾ, 1 ਸੈਕਿੰਡ ਵਿੱਚ ਮੇਰੀ ਗੱਲ ਫੜ ਲੈਣੀ। ਉਦੋਂ ਵਾਲਾ ਹੀ ਸਵਾਦ ਆਉਂਦਾ ਜਦੋਂ ਬੰਦਾ ਗੱਲ ਇਸ਼ਾਰਿਆਂ 'ਚ ਸਮਝਣ ਲੱਗ ਜੇ, ਪੂਰੀ ਨਾ ਐਕਸਪਲੇਨ ਕਰਨੀ ਪਵੇ, ਬਾ ਮਾੜਾ ਜਿਹਾ ਇਸ਼ਾਰਾ ਕੀਤਾ ਨਹੀਂ, ਪਕੜ 'ਚ ਆ ਗਈ ਗੱਲ। ਤੇ ਉਹ 1.5 ਘੰਟਾ ਮੇਰਾ ਇੰਨਾ ਵਧੀਆ ਨਿਕਲਿਆ, ਮੈਂ ਖੁਸ਼ ਹੋ ਗਿਆ ਵੀ ਕਮਾਲ ਹੋ ਗਈ। ਜਾਂ ਤੇ ਕਿੰਨਾ, ਕਿਉਂਕਿ ਜਦੋਂ ਨਾ ਸੰਤ ਮਿਲੈ ਕਿਛ ਸੁਣੀਏ ਕਹੀਏ, ਜਦੋਂ ਤੁਸੀਂ ਗੱਲ ਕਰਦੇ ਹੋ, ਡਿਸਕਸ਼ਨ ਹੁੰਦੀ ਹੈ, ਉਹ ਵੱਧਦਾ ਹੈ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਉਹ ਤੇ ਜਦੋਂ ਤੁਸੀਂ ਗੱਲਬਾਤ ਕਰਨੀ ਹੈ, ਰਿੜਕਣਾ ਹੈ, ਹਰ ਕਾ ਬਲੋਵ ਨਾ ਬਲੋਵੋ ਮੇਰੇ ਭਾਈ, ਹਰੀ ਨੂੰ ਬਲੋਵੋ ਨਾ, ਜਿਹੜਾ ਰਿੜਕੋ ਨਾ ਇਹਨੂੰ, ਜਿਹੜਾ ਸਾਹਮਣੇ ਹੈ ਤੁਹਾਡੇ ਫੈਲਿਆ ਹੋਇਆ, ਜਿਹੜਾ ਸਰਬ ਵਿਆਪੀ ਹੈ, ਇਹਨੂੰ ਰਿੜਕਿਆ ਕਰੋ। ਜਦੋਂ ਤੁਸੀਂ ਰਿੜਕੋਗੇ ਤੇ ਵੇਖਿਓ ਮੱਖਣ ਨਿਕਲਦਾ, ਜਿਵੇਂ ਮਰਜ਼ੀ ਚੱਖੀ ਜਾਏ। ਇੰਨਾ ਸਵਾਦ ਬਣ ਜਾਂਦੀ ਹੈ ਜ਼ਿੰਦਗੀ ਕਿ ਰੱਜ ਜਾਂਦਾ, ਰੂਹ ਰੱਜ ਗਈ, ਰੂਹ ਰੱਜਦੀ ਰੂਹ। ਫਿਰ ਜੇ ਹੁਣ ਤੁਸੀਂ ਇੱਛਾ ਹੀ ਰੱਖਦੇ ਆ ਕਾਮਯਾਬ ਹੋਣਾ ਹੈ ਨਾ, ਮੈਂ ਇਸ ਗੱਲ ਨਾਲ ਜੋੜ ਕੇ ਗੱਲ ਕਰ ਰਿਹਾ ਵੀ ਕਾਮਯਾਬ ਹੋਣਾ ਹੈ, ਤੇ ਕਾਮਯਾਬ ਬੰਦਿਆਂ ਦੀ ਜੀਵਨੀ ਪੜ੍ਹੋ। ਤੁਸੀਂ ਚਾਹੁੰਦੇ ਆ ਕਿ ਬੰਦਾ ਕਾਮਯਾਬ ਹੋਣਾ ਚਾਹੁੰਦਾ ਹੈ, ਫਿਰ ਕਿਸੇ ਕਾਮਯਾਬ ਬੰਦੇ ਨੂੰ ਪੜ੍ਹ ਕੇ ਤੇ ਵੇਖੋ ਉਹਦੀਆਂ ਆਦਤਾਂ ਚੰਗੀਆਂ ਕੀ ਹੈ। ਹੁਣ ਸਾਡੇ ਪਿੱਟ ਸਿਆਪਾ ਪਿਆ, ਗੋਰੇ ਬੜੇ ਵਧੀਆ ਨੇ, ਗੋਰਿਆਂ ਦੇ ਦੇਸ਼, ਅਮਰੀਕਾ ਚੱਲੀਏ ਛੇਤੀ ਅਮਰੀਕਾ ਵਧੀਆ, ਕੈਨੇਡਾ ਚੱਲੀਏ ਕੈਨੇਡਾ, ਇੰਗਲੈਂਡ ਵਧੀਆ, ਨਿਊਜ਼ੀਲੈਂਡ ਵਧੀਆ, ਆਸਟ੍ਰੇਲੀਆ ਵਧੀਆ, ਇਹ ਦੇਸ਼ ਬੜੇ ਵਧੀਆ ਨੇ। ਉਹਨਾਂ ਵਧੀਆ ਸਮਾਜਾਂ ਨੂੰ ਪੜ੍ਹਦੇ ਕਿਉਂ ਨਹੀਂ ਫਿਰ ਵੀ ਉਹ ਵਧੀਆ ਕਿਵੇਂ ਬਣੇ, ਉਹ ਵਧੀਆ ਕਿੱਥੋਂ ਆਇਆ, ਉਹਨਾਂ ਦੀ ਕਾਪੀ ਕਿਉਂ ਨਹੀਂ ਕਰਦੇ, ਚੰਗੀਆਂ ਚੀਜ਼ਾਂ ਦੀ ਕਾਪੀ ਕਿਉਂ ਨਹੀਂ ਕਰਦੇ। ਹੁਣ ਸਾਡੇ ਵਾਲੇ ਨਾ ਵੇਖਿਓ, ਪੱਬਾਂ ਵਿੱਚ ਗੋਰੇ ਵੀ ਜਾਂਦੇ ਆ ਤੇ ਸਾਡੇ ਪੰਜਾਬੀ ਵੀ ਜਾਂਦੇ ਆ, ਕਲੱਬਾਂ ਵਿੱਚ ਗੋਰੇ ਵੀ ਜਾਂਦੇ ਆ ਤੇ ਸਾਡੇ ਪੰਜਾਬੀ ਵੀ ਜਾਂਦੇ ਆ, ਕਾਫੀ ਸ਼ਾਪਾਂ ਵਿੱਚ ਬੰਦੇ ਵੀ ਗੋਰੇ ਵੀ ਜਾਂਦੇ ਆ ਤੇ ਸਾਡੇ ਪੰਜਾਬੀ ਵੀ ਜਾਂਦੇ ਆ। ਪਰ ਮੈਂ ਕਾਫੀ ਸ਼ਾਪਾਂ ਵਿੱਚ ਵੇਖਿਆ, ਸਾਡੇ ਵਾਲੇ ਕਾਫੀ ਪੀਤੀ ਨਿਕਲੇ, ਗੋਰਾ ਕਾਫੀ ਲੈ ਕੇ ਬਹਿ ਜਾਂਦਾ ਹੈ, 2 ਘੰਟੇ ਪੜ੍ਹਦਾ ਹੀ ਤੁਰਿਆ ਜਾਂਦਾ, 2 ਘੰਟੇ ਉਹਦੀ ਕਾਫੀ ਨਹੀਂ ਨਿਬੜਦੀ, 2 ਘੰਟਿਆਂ ਵਿੱਚ 200 ਪੇਜ ਪੜ੍ਹ ਦਿੰਦਾ, ਪੜ੍ਹੀ ਜਾਂਦੇ। ਅਮਰੀਕਾ ਤੱਕ ਮੈਂ ਬੜੀ ਵਾਰੀ ਮੈਂ ਇਦਾਂ ਵੇਖੇ ਨੇ, 8-8 ਘੰਟੇ ਮੇਰੇ ਨਾਲ ਦੀ ਸੀਟ ਤੇ ਬੈਠਾ ਗੋਰਾ, 8 ਘੰਟੇ। ਮੈਂ ਸੌਂ ਗਿਆ, ਮੈਂ ਸੌਂ ਕੇ ਉੱਠ ਵੀ ਪਿਆ, ਮੈਂ ਕੋਲ ਬੈਠੇ ਨੇ ਖਾਣਾ ਵੀ ਖਾ ਲਿਆ, ਉਹ ਬੰਦਾ ਉਹਨੇ ਨਹੀਂ ਲਾਈਟ ਬੰਦ ਕੀਤੀ ਜਹਾਜ਼ ਦੀ, ਪੜ੍ਹੀ ਗਿਆ, 8 ਘੰਟੇ ਪੜ੍ਹਿਆ ਲਗਾਤਾਰ, ਫਿਰ ਸੌਂ ਗਿਆ 2 ਘੰਟੇ, ਉਹਨੇ ਨੂੰ ਅਸੀਂ ਉਤਰ ਗਏ ਉੱਥੇ। ਮਤਲਬ ਪੜ੍ਹੀ। ਹੁਣ ਸਾਡੇ ਵਾਲਿਆਂ ਨੇ ਪਤਾ ਕੀ ਕੀਤਾ, ਅਸੀਂ ਵੀ ਉਹਨਾਂ ਵਾਂਗੂ ਕਰਾਂਗੇ, ਉਹ ਵੀ ਪੈਂਟ ਸ਼ਰਟ ਪਾਉਣਗੇ, ਮੈਂ ਵੀ ਪਾਉਂਗਾ, ਪਾ ਲੈ, ਉਹਨੇ ਟਾਈ ਲਾਈ, ਮੈਂ ਵੀ ਲਾਉਂਗਾ, ਲਾ ਲੈ, ਉਹ ਪੱਬ 'ਚ ਜਾਣਗੇ, ਮੈਂ ਵੀ ਜਾਊਂ ਤੇ ਜਾ, ਉਹ ਜੀ ਪੀਣਗੇ ਤੇ ਮੈਂ ਵੀ ਪੀਊਂਗਾ, ਪੀ ਲੈ। ਪਰ ਉਹਨਾਂ ਨੇ ਜਦੋਂ ਕਿਤਾਬ ਪੜ੍ਹਨੀ ਹੈ, ਉਹ ਸਾਡੇ ਵਾਲਿਆਂ ਨੇ ਕਾਪੀ ਨਹੀਂ ਕੀਤੀ ਵੀ ਉਹ ਤੇ 2 ਘੰਟੇ ਪੜ੍ਹਦਾ ਵੀ ਹੈ, ਫਿਰ ਜੇ ਇੱਕ ਪੈਗ ਪੀਂਦਾ ਤੇ ਅੱਧੀ ਕਿਤਾਬ ਪੜ੍ਹ ਦਿੰਦਾ। ਇਹ ਤੇਰੀ ਕਾਪੀ ਕੌਣ ਕਰੂ, ਤੇਰਾ ਪਿਓ ਕਰੂ ਅੱਗੇ। ਇੰਨਾ ਕਦੇ ਕਰ ਲਿਆ, ਬਾਕੀ ਰੀਸ ਤੇ ਕਰਦਾ, ਬਾਕੀ ਕਿਉਂ ਨਹੀਂ ਕਰਦਾ, ਬਾਕੀ ਕੌਣ ਕਰੂ। ਸ਼ਰਾਬ ਵਾਲੀ ਰੀਸ ਕਰ ਲਈ, ਪੜ੍ਹਨਾ ਨਹੀਂ ਕਿਉਂ ਨਹੀਂ ਕਰਦਾ। ਅੱਧੇ ਕੰਮ ਉਹਨਾਂ ਦੇ ਲੈ ਲੇ, ਬਾਕੀ ਨੂੰ ਛੱਡੀ ਦਿੱਤੇ, ਜਿੰਨਾ ਜਿੰਨਾ ਠੀਕ ਲੱਗਿਆ ਚੱਕ ਲਿਆ, ਬਾਕੀ ਛੱਡਤਾ। ਫਿਰ ਕੀ ਦੱਸੋ ਜ਼ਿੰਦਗੀ ਬਣੂ, ਸਾਡਾ ਸਵਾਦ ਕੀ ਆਊ। ਵਧੀਆ ਲੋਕਾਂ, ਵਧੀਆ ਬਣਨਾ ਚਾਹੁੰਦੇ ਹੋ ਤੇ ਕਿੰਨਾਂ ਨੂੰ ਪੜ੍ਹਨਾ ਪੈਣਾ, ਵਧੀਆ ਕਿਵੇਂ ਗਏ ਮੁੰਡੇ ਅੱਜ ਕੱਲ ਦੇ ਨਿਆਣੇ ਇੰਗਲਿਸ਼ ਪੜ੍ਹ ਲੈਂਦੇ ਆ, ਤੁਸੀਂ ਮੈਂ ਤਾਂ ਕਹਿੰਦਾ ਸਾਡਾ ਲਿਟਰੇਚਰ ਛੱਡੋ, ਤੁਸੀਂ ਗੋਰਿਆਂ ਨੂੰ ਪੜ੍ਹ ਲਿਆ ਕਰੋ, ਉਧਰਲੇ ਲਿਟਰੇਚਰ ਲੈ ਆਓ। ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਮਿਲ ਜਾਂਦੀਆਂ ਨੇ ਪੰਜਾਬੀ 'ਚ, ਉਹਨਾਂ ਦਾ ਅਨੁਵਾਦ ਕੀਤਾ ਹੋਇਆ, ਬਹੁਤ ਸਾਰੀਆਂ ਬੁੱਕਸ ਹੈਗੀਆਂ ਨੇ, ਉਹਨਾਂ ਨੂੰ ਪੜ੍ਹੋ। ਸਾਈਕੀ ਤੇ ਪੜ੍ਹੋ, ਮਾਈਂਡ ਕਿੱਦਾਂ ਕੰਮ ਕਰਦਾ ਤੇ ਪੜ੍ਹੋ, ਥਾਟ ਪ੍ਰੋਸੈਸ ਜਿਹੜਾ ਇਹਦਾ ਕੀ ਕਿੱਦਾਂ ਕੰਮ ਕਰਦਾ ਇਹਨੂੰ ਪੜ੍ਹੋ, ਸਾਡੇ ਇਮੋਸ਼ਨ ਕਿਵੇਂ ਚੱਲ ਬਣਦੇ ਨੇ ਇਹਨਾਂ ਨੂੰ ਪੜ੍ਹੋ, ਨੈਗੇਟਿਵ ਕਿਉਂ ਹੁੰਦੇ ਆ ਪੜ੍ਹੋ, ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਪੜ੍ਹ ਲਓ। ਜੋ ਮਰਜ਼ੀ ਵਧੀਆ ਬਣਨਾ ਚਾਹੁੰਦੇ ਹੋ ਤੇ ਵਧੀਆ ਲੋਕਾਂ ਨੂੰ ਪੜ੍ਹੋ, ਕਾਮਯਾਬ ਹੋਣਾ ਹੈ ਤੇ ਕਾਮਯਾਬ ਲੋਕਾਂ ਨੂੰ ਪੜ੍ਹੋ। ਜੇ ਟਿਕਟੌਕ ਹੀ ਬਣਾਉਣੀ ਹੈ ਫਿਰ ਟਿਕਟੌਕ ਵਾਲਿਆਂ ਨੂੰ ਵੇਖੀਏ, ਇਹੀ ਕੰਮ ਕਰਨਾ ਤੇ ਕਰੀਏ।
ਨਾਲੇ ਟਿਕਟੋਕ ਵਾਲੇ ਵੀ ਕਈ ਚੰਗੇ ਸੀ, ਮਿੰਟ ਮਿੰਟ ਦੀ ਵੀਡੀਓ ਪਾਉਂਦੇ ਸੀ, ਮਿੰਟ 'ਚ ਹੀ ਬੜਾ ਸੋਹਣਾ ਕੁਝ ਕਹਿ ਜਾਂਦੇ ਹੈਗੇ ਸੀ ਨਾ। ਕਈ ਇੰਨੇ ਕਮਾਲ ਦੇ ਬੰਦੇ ਮਿੰਟ ਦੇ ਵਿੱਚ ਇੰਨੀ ਸੋਹਣੀ ਗੱਲ ਕਰ ਜਾਂਦੇ ਸੀ, ਬੰਦਾ ਫਾਇਦਾ ਲੈਣ ਵਾਲਾ ਹੋਵੇ। ਪਰ ਸਾਡੇ ਵਾਲੇ ਦੇ ਗੀਤ ਲਾ ਕੇ ਤੇ ਬਸ ਫਿਰ ਉਹ ਬੀਬੀ ਨਹੀਂ ਸੀ ਬਜ਼ੁਰਗ ਮਾਤਾ ਨੇ ਤਾਂ ਚੁੰਨੀ ਚੰਨੀ ਲਈ ਤੇ ਅਗਲਾ ਕਹਿੰਦਾ ਖਰੇ ਹੁਣ ਨਾਮ ਜਪਾਣ ਲੱਗੀ, ਜਦੋਂ ਆਇਆ ਉਹਨੇ ਗੀਤ ਚੱਕ ਲਿਆ ਅੱਗੋਂ, ਅਗਲਾ ਉਹਦੇ ਮੂੰਹ ਵੱਲ ਵੇਖੇ ਵੀ ਇਹ ਬੇਬੇ ਵੀ ਸਾਨੂੰ ਤੇ ਇਹ ਸੀ ਵੀ ਖਰੇ ਨਾਮ ਜਪਾਏਗੀ, ਇਹ ਕੋਈ ਸੁਖਮਣੀ ਸਾਹਿਬ ਕਰਨ ਲੱਗੀ ਹੈ ਕਿ ਨਹੀਂ। ਜੇ ਜ਼ਿੰਦਗੀ ਵਿੱਚ ਅੱਗੇ ਲੰਘਣਾ ਹੈ ਤੇ ਅੱਗੇ ਜਾਣ ਵਾਲਿਆਂ ਦੀ ਕਾਪੀ ਕਰੋ, ਬਈਏ ਪੜ੍ਹਿਆ ਪਾਸ। ਜੇ ਜ਼ਿੰਦਗੀ ਦੇ ਮਸਲੇ ਨਜਿੱਠਣੇ ਨੇ, ਜਿਨ੍ਹਾਂ ਨੇ ਨਜਿੱਠੇ ਨੇ ਉਹਨਾਂ ਨੂੰ ਵੇਖ ਫਿਰ ਕਿਵੇਂ ਨਜਿੱਠੇ ਨੇ।